ਸਾਡੇ ਪ੍ਰਧਾਨ ਮੰਤਰੀ ਜੀ ਦਾ ਨਾਰਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ। ਮਾਪਿਆਂ ਨੇ ਆਪਣੀ ਬੇਟੀ ਬਚਾ ਵੀ ਲਈ ਤੇ ਆਪਣੀ ਬੇਟੀ ਪੜ੍ਹਾ ਵੀ ਲਈ, ਪਰ ਪੜ੍ਹਾਉਣ ਤੋਂ ਬਾਅਦ ਜਦੋਂ ਬੇਟੀ ਕੰਮ ਕਰਨ ਲਈ ਜਾਂ ਇਸ ਦੇਸ਼ ਵਿੱਚ ਹੋਰ ਕਿਸੇ ਕੰਮ ਨੂੰ ਬਾਹਰ ਨਿਕਲੇਗੀ, ਉਹ ਹੈਵਾਨਾਂ ਨਾਲ ਘਿਰੀ ਹੋਈ ਹੈ। ਮਾਪਿਓ ਹਰ ਜਗ੍ਹਾ ਉਹਨਾਂ ਦੇ ਨਾਲ ਨਹੀਂ ਹੋ ਸਕਦੇ, ਖੁਦ ਹੀ ਉਹਨਾਂ ਨੂੰ ਸੈਲਫ ਡਿਫੈਂਸ ਦੀ ਸਿੱਖਿਆ ਦੇਣੀ ਚਾਹੀਦੀ ਹੈ, ਤਾਂ ਕਿ ਕੱਲ੍ਹ ਨੂੰ ਜਦੋਂ ਕੋਈ ਉਹਨਾਂ ਨੂੰ ਹੱਥ ਲਾਵੇ ਤੇ ਉਹਨਾਂ ਦੇ ਹੱਥ ਤੋੜ ਕੇ ਉਹਨਾਂ ਦੇ ਹੀ ਹੱਥ 'ਚ ਫੜਾ ਦੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼। ਮੈਂ ਹਾਂ ਨਲਨੀ। ਮਣੀਪੁਰ ਹਿੰਸਾ ਨੂੰ ਅੱਜਕੱਲ ਕੌਣ ਨਹੀਂ ਜਾਣਦਾ। ਮਣੀਪੁਰ ਵਿੱਚ ਕੁਕੀ ਤੇ ਮੈਤਈ ਦੋ ਸਮੁਦਾਇ ਨੇ ਜਿਨ੍ਹਾਂ ਵੱਲੋਂ ਲਗਾਤਾਰ ਹਿੰਸਾ ਹੋ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਸੇ ਵਿੱਚ ਸਾਹਮਣੇ ਆਈ ਸੀ ਜਦੋਂ ਦੋ ਮਹਿਲਾਵਾਂ ਨੂੰ ਨਿਰਵਸਤਰ ਪਰੇਡ ਕਰਾਈ ਗਈ ਸੀ। ਇਹ ਘਟਨਾ ਹਰ ਇੱਕ ਔਰਤ ਨੂੰ ਸ਼ਰਮਸਾਰ ਕਰ ਰਹੀ ਹੈ ਤੇ ਹਰ ਇੱਕ ਸਮਾਜ ਨੂੰ ਨੰਗਾ ਕਰ ਰਹੀ ਹੈ। ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੈਕਟਰੀ ਕਾਜਲ ਅਰੋੜਾ ਜੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ। ਮੈਮ, ਇਸ ਮਾਮਲੇ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ, ਕਿਉਂਕਿ ਜਿਹੜੀ ਮਹਿਲਾਵਾਂ ਨੂੰ ਨਿਰਵਸਤਰ ਕਰਾ ਕੇ ਪਰੇਡ ਕਰਾਈ ਗਈ ਹੈ, ਦੇਸ਼ ਦੇ ਵਿੱਚ ਕਾਫੀ ਗੁੱਸਾ ਹੈ, ਲੇਕਿਨ ਸਿਰਫ ਗੁੱਸਾ ਕਿੰਨਾ ਕੁ? ਦੇਖੋ ਜੀ, ਜਿੱਥੇ ਤੱਕ ਤਾਂ ਮਣੀਪੁਰ ਹਿੰਸਾ ਦੀ ਗੱਲ ਹੈ, ਇਹ ਬਹੁਤ ਹੀ ਸ਼ਰਮਨਾਕ ਔਰ ਗੰਦਾ ਘਿਨੌਨਾ ਕੰਮ ਹੋਇਆ ਹੈ। ਪਰ ਇਸ ਨੂੰ ਰੋਕਣ ਦੀ, ਚਲੋ ਜੇ ਹੋ ਗਿਆ ਤੇ ਜਿਹੜੀਆਂ ਪੀੜਿਤ ਮਹਿਲਾਵਾਂ ਨੇ ਉਹਨਾਂ ਨੂੰ ਇਨਸਾਫ ਦਿਲਾਉਣ ਦੀ ਜ਼ਿੰਮੇਵਾਰੀ ਜਿਹੜੀ ਕਿ ਕੇਂਦਰ ਸਰਕਾਰ ਦੀ ਤੇ ਰਾਜ ਸਰਕਾਰ ਦੀ ਬਣਦੀ ਹੈ, ਜੋ ਕਿ ਤੁਹਾਨੂੰ ਪਤਾ ਹੈ ਬੀਜੇਪੀ ਦੀ ਡਬਲ ਇੰਜਨ ਸਰਕਾਰ ਹੈ। ਜੇ ਡਬਲ ਇੰਜਨ ਸਰਕਾਰ ਹੁੰਦੇ ਹੋਏ ਵੀ ਇਹ ਹਾਲ ਹੈ ਕਿਸੇ ਸਟੇਟ ਦਾ, ਤਾਂ ਤੁਸੀਂ ਸੋਚ ਸਕਦੇ ਹੋ ਕਿ ਪੂਰੇ ਦੇਸ਼ ਵਿੱਚ ਕੀ ਹਾਲ ਹੋ ਰਿਹਾ ਹੋਏਗਾ ਮਹਿਲਾਵਾਂ ਦਾ। ਬਾਕੀ ਜੇ ਅਸੀਂ ਗੱਲ ਕਰੀਏ ਦੇਸ਼ ਦੇ ਬਾਕੀ ਰਾਜਾਂ ਵਿੱਚ, ਉਹਨਾਂ ਵਿੱਚ ਵੀ ਸੁਰੱਖਿਆ ਮਹਿਲਾਵਾਂ ਦੀ ਇੰਨੀ ਨਹੀਂ ਹੈ, ਬਟ ਜਿਹੜੀ ਮਣੀਪੁਰ ਦੀ ਘਟਨਾ ਹੋਈ ਹੈ ਇਹ ਤਾਂ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ। ਮੈਮ, ਦੇਸ਼ ਦੇ ਵਿੱਚ ਰੇਪ ਦੀਆਂ ਕਈ ਘਟਨਾਵਾਂ ਅਸੀਂ ਸੁਣਦੇ ਨੇ। ਰੇਪ ਤਾਂ ਅਸੀਂ ਸੁਣਦੇ ਆ ਰਹੇ ਹਾਂ, ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ, ਲੇਕਿਨ ਹੁਣ ਇਹ ਵੀ ਬਾਕੀ ਰਹਿ ਗਿਆ ਸੀ ਕਿ ਮਹਿਲਾਵਾਂ ਨੂੰ ਤੁਸੀਂ ਨੰਗਾ ਕਰਕੇ ਤੇ ਉਹਨਾਂ ਨੂੰ ਪਰੇਡ ਕਰਾ ਰਹੇ ਹੋ, ਉਹਨਾਂ ਦੀ ਜਿਸਮਾਂ ਨੂੰ ਹੱਥ ਲਗਾ ਰਹੇ ਹੋ। ਕੀ ਕਹਿਣਾ ਚਾਹੋਗੇ? ਦੇਖੋ ਜੀ, ਜੇ ਤੁਸੀਂ ਕਰੋ ਮਣੀਪੁਰ ਦੀ ਗੱਲ, ਮੈਨੂੰ ਲੱਗਦਾ ਹੁਣ ਉੱਥੇ ਤਾਂ ਜੰਗਲ ਰਾਜ ਹੋ ਗਿਆ। ਜੇ ਡਬਲ ਇੰਜਨ ਦੀ ਸਰਕਾਰ ਹੈ ਤੇ ਨਾਲ ਦੀ ਨਾਲ ਉੱਥੇ ਜੰਗਲ ਰਾਜ ਹੋ ਗਿਆ। ਜੇ ਸੈਂਟਰ ਦੀ ਸਰਕਾਰ ਆਪਣੀ ਸਟੇਟ ਵਿੱਚ ਇਹ ਸਭ ਹੁੰਦਾ ਹੋਇਆ ਨਹੀਂ ਰੋਕੇਗੀ ਜਾਂ ਜਿਹੜੇ ਪੀੜਿਤ ਮਹਿਲਾਵਾਂ ਨੇ ਉਹਨਾਂ ਨੂੰ ਇਨਸਾਫ ਨਹੀਂ ਦਿਵਾਏਗੀ, ਤਾਂ ਇਹ ਸਰਕਾਰ ਕਿਸ ਕੰਮ ਦੀ ਹੈ? ਸਾਡੇ ਪ੍ਰਧਾਨ ਮੰਤਰੀ ਜੀ ਦਾ ਨਾਰਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ। ਮਾਪਿਆਂ ਨੇ ਆਪਣੀ ਬੇਟੀ ਬਚਾ ਵੀ ਲਈ ਤੇ ਆਪਣੀ ਬੇਟੀ ਪੜ੍ਹਾ ਵੀ ਲਈ, ਪਰ ਪੜ੍ਹਾਉਣ ਤੋਂ ਬਾਅਦ ਜਦੋਂ ਬੇਟੀ ਕੰਮ ਕਰਨ ਲਈ ਜਾਂ ਇਸ ਦੇਸ਼ ਵਿੱਚ ਹੋਰ ਕਿਸੇ ਕੰਮ ਨੂੰ ਬਾਹਰ ਨਿਕਲੇਗੀ, ਉਹ ਹੈਵਾਨਾਂ ਨਾਲ ਘਿਰੀ ਹੋਈ ਹੈ। ਮਾਪਿਓ ਹਰ ਜਗ੍ਹਾ ਉਹਨਾਂ ਦੇ ਨਾਲ ਨਹੀਂ ਹੋ ਸਕਦੇ। ਇਸ ਕਰਕੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਰਫ ਸਲੋਗਨ ਦੇਣਾ ਹੀ ਕਾਫੀ ਨਹੀਂ ਹੁੰਦਾ, ਉਹਨਾਂ ਚੀਜ਼ਾਂ ਨੂੰ ਅਮਲ 'ਚ ਲਿਆਉਣਾ, ਬੇਟੀ ਦੀ ਸੁਰੱਖਿਆ ਵਾਸਤੇ ਕਦਮ ਉਠਾਉਣੇ, ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਮੈਮ, ਆਏ ਦਿਨ ਰੇਪ ਦੀਆਂ ਗੱਲਾਂ ਸੁਣਦੇ ਸੀਗੇ ਤੇ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਕੋਈ ਨਹੀਂ, ਔਰਤਾਂ ਦੇ ਲਈ ਬਹੁਤ ਕੰਮ ਕੀਤਾ ਜਾ ਰਿਹਾ ਹੈ, ਪਰ ਕੀ ਕੰਮ ਕੀਤਾ ਜਾ ਰਿਹਾ ਹੈ ਕਿ ਹਲੇ ਤੱਕ ਮਹਿਲਾਵਾਂ ਆਪਣੇ ਦੇਸ਼ ਦੇ ਵਿੱਚ ਸੁਰੱਖਿਅਤ ਨਹੀਂ? ਜੀ, ਕੰਮ ਤਾਂ ਜਿਹੜਾ ਹੋ ਰਿਹਾ ਮੈਨੂੰ ਲੱਗਦਾ ਸਾਰਾ ਕਾਗਜ਼ੀ ਹੋ ਰਿਹਾ। ਸਿਰਫ ਬੇਟੀ ਨੂੰ ਪੜ੍ਹਾਉਣਾ, ਵਿਆਹਣਾ, ਇਹੀ ਸਭ ਚੀਜ਼ਾਂ ਕਾਫੀ ਨਹੀਂ। ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਸਾਨੂੰ ਆਪਣੀ ਬੇਟੀਆਂ ਨੂੰ ਸਰਕਾਰਾਂ 'ਤੇ ਡਿਪੈਂਡ ਰਹਿਣ ਨਾਲੋਂ ਖੁਦ ਹੀ ਉਹਨਾਂ ਨੂੰ ਸੈਲਫ ਡਿਫੈਂਸ ਦੀ ਸਿੱਖਿਆ ਦੇਣੀ ਚਾਹੀਦੀ ਹੈ, ਤਾਂ ਕਿ ਕੱਲ੍ਹ ਨੂੰ ਜਦੋਂ ਕੋਈ ਉਹਨਾਂ ਨੂੰ ਹੱਥ ਲਾਵੇ ਤੇ ਉਹਨਾਂ ਦੇ ਹੱਥ ਤੋੜ ਕੇ ਉਹਨਾਂ ਦੇ ਹੀ ਹੱਥ 'ਚ ਫੜਾ ਦੇ। ਮੈਮ, ਸਭ ਤੋਂ ਵੱਡੀ ਗੱਲ ਤਾਂ ਇਹ ਕਿ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਦੋ ਮਹਿਲਾਵਾਂ ਸਨ, ਉਹਨਾਂ ਵਿੱਚੋਂ ਇੱਕ ਜਿਹੜੀ ਮਹਿਲਾ ਸੀ ਉਹ ਕਿਸੇ ਆਰਮੀ ਦੀ ਵਾਈਫ ਸੀਗੀ। ਆਰਮੀ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਲਈ ਸਰਹੱਦ ਦੇ ਵਿੱਚ ਖੜ੍ਹਦੇ ਨੇ ਤੇ ਸਾਨੂੰ ਬਚਾਉਂਦੇ ਨੇ, ਇਹਨਾਂ ਦੁਸ਼ਮਣਾਂ ਤੋਂ ਸਾਡੇ ਦੇਸ਼ ਨੂੰ ਬਚਾਉਂਦੇ ਨੇ, ਤੇ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਫੈਮਿਲੀ ਮੈਂਬਰਸ, ਉਹਨਾਂ ਦੇ ਧੀਆਂ, ਉਹਨਾਂ ਦੀਆਂ ਬੀਵੀਆਂ ਨਾਲ ਇੱਦਾਂ ਹੋ ਰਿਹਾ ਹੈ। ਕਿੰਨੀ ਕੋਈ ਜ਼ਿੱਲਤ ਭਰੀ ਜ਼ਿੰਦਗੀ ਹੋਏਗੀ ਉਹਨਾਂ ਦੀ। ਦੇਖੋ ਜੀ, ਇੱਕ ਸਿਪਾਹੀ ਜਿੱਥੇ ਤਾਂ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ, ਆਪਣੇ ਬੱਚਿਆਂ ਤੋਂ ਦੂਰ ਰਹਿ ਕੇ ਸਰਹੱਦ 'ਤੇ ਆਪਣੀ ਜ਼ਿੰਦਗੀ ਬਿਤਾਉਂਦਾ ਹੈ, ਉੱਥੇ ਹੀ ਉਹਦੀ ਵਾਈਫ ਆਪਣੇ ਪਤੀ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ ਨੂੰ ਪਾਲਦੀ ਹੈ ਤੇ ਉਹ ਆਪਣੇ ਬੱਚਿਆਂ ਲਈ ਮਾਂ ਤੇ ਪਿਓ ਦੋਨਾਂ ਦਾ ਕੰਮ ਕਰਦੀ ਹੈ। ਪਰ ਜਦੋਂ ਇਹੋ ਜਿਹੀ ਲੇਡੀ ਨਾਲ ਹੀ ਇੰਨੀ ਬੁਰੀ ਦੁਰਘਟਨਾ ਹੋ ਸਕਦੀ ਹੈ, ਤਾਂ ਤੁਸੀਂ ਸੋਚ ਸਕਦੇ ਹੋ ਹੋਰ ਤਾਂ ਇੱਥੇ ਕੌਣ ਹੀ ਸੇਫ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਜੀ ਨੂੰ ਦੋਸ਼ੀਆਂ ਨੂੰ ਪਕੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ, ਤਾਂ ਕਿ ਇੱਕ ਮਿਸਾਲ ਕਾਇਮ ਹੋ ਸਕੇ ਔਰ ਅੱਜ ਤੋਂ ਬਾਅਦ ਕੋਈ ਵੀ ਇੱਦਾਂ ਦੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ।
ਮੈਮ ਤੁਸੀਂ ਵੀ ਇੱਕ ਲੇਡੀ ਹੋ, ਮੈਂ ਵੀ ਇੱਕ ਲੇਡੀ ਹਾਂ। ਸਾਨੂੰ ਇੱਕ ਲੇਡੀ ਦੇ ਤੌਰ ਤੇ ਆਪਣੀ ਸੁਰੱਖਿਆ ਦੇ ਲਈ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਇਕੱਠੇ ਸਾਰਿਆਂ ਨੂੰ ਮਿਲ ਕੇ ਕੁਝ ਸੋਚਣਾ ਚਾਹੀਦਾ ਹੈ ਇਸ ਬਾਰੇ? ਦੇਖੋ ਜੀ, ਜਿਵੇਂ ਮੈਂ ਪਹਿਲੇ ਕਿਹਾ, ਸਾਨੂੰ ਸਰਕਾਰਾਂ ਤੇ ਹੁਣ ਬਿਲਕੁਲ ਵੀ ਨਹੀਂ ਨਿਰਭਰ ਰਹਿਣਾ ਚਾਹੀਦਾ। ਸਾਨੂੰ ਸੈਲਫ ਡਿਫੈਂਸ ਨੂੰ ਇੱਕ ਜ਼ਰੂਰੀ ਸਬਜੈਕਟ ਬਣਾ ਦੇਣਾ ਚਾਹੀਦਾ ਹੈ ਕਲਾਸਾਂ ਵਿੱਚ, ਤਾਂ ਕਿ ਜਿਹੜੀਆਂ ਬੇਟੀਆਂ ਨੇ ਉਹ ਆਪਣੀ ਸੁਰੱਖਿਆ ਕਰਨੀ ਆਪ ਹੀ ਸਿੱਖ ਸਕਣ ਤੇ ਸਰਕਾਰਾਂ ਤੇ ਨਾ ਰਹਿਣ। ਮੈਮ ਜੇ ਗੱਲ ਕਰੀਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਕਿਉਂਕਿ ਇਹ ਮੁੱਦਾ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ, ਇੱਕ ਜ਼ਮੀਨੀ ਹਕੀਕਤ ਹੈ ਜੋ ਸਾਡੇ ਸਾਹਮਣੇ ਆਈ ਹੈ, ਕਾਫੀ ਦਰਿੰਦਗੀ ਜਿਹੜੀ ਕਹਿ ਸਕਦੇ ਆ ਦੇਖਣ ਨੂੰ ਮਿਲ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਬੀਇੰਗ ਅ ਲੇਡੀ? ਮੈਮ, ਮੈਨੂੰ ਬਹੁਤ ਹੀ ਜ਼ਿਆਦਾ ਸ਼ਰਮ ਆ ਰਹੀ ਹੈ ਕਿ ਅਸੀਂ ਇੱਕ ਅਜਿਹੇ ਦੇਸ਼ ਵਿੱਚ ਰਹਿੰਦੇ ਹਾਂ ਜਿਹਨੂੰ ਆਜ਼ਾਦ ਹੋਏ ਤਾਂ 75 ਸਾਲ ਤੋਂ ਉੱਪਰ ਹੋ ਚੁੱਕੇ ਨੇ, ਪਰ ਇੱਥੇ ਜਿਹੜੇ ਕੰਮ ਹੋ ਰਹੇ ਨੇ ਉਹ ਉਹੀ ਨੇ ਜਿਹੜੇ ਅੰਗਰੇਜ਼ਾਂ ਦੇ ਟਾਈਮ ਤੇ ਹੁੰਦੇ ਸੀ। ਜੋ ਅੰਗਰੇਜ਼ ਬਾਹਰੋਂ ਆ ਕੇ ਸਾਡੇ ਨਾਲ ਕਰਦੇ ਸੀ ਉਹ ਅੱਜ ਸਾਡੇ ਦੇਸ਼ ਦੇ ਲੋਕੀ ਹੀ ਸਾਡੇ ਨਾਲ ਕਰ ਰਹੇ ਨੇ, ਤੇ ਜਿਨ੍ਹਾਂ ਨੂੰ ਰੋਕਣ ਵਿੱਚ ਸਾਡੀਆਂ ਸਰਕਾਰਾਂ ਬਿਲਕੁਲ ਅਸਫਲ ਨੇ। ਦੋਨੋਂ ਜਿਹੜੀ ਪੀੜਿਤ ਮਹਿਲਾਵਾਂ ਨੇ, ਦੋਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਅਤੇ ਰਾਜ ਦੋਵੇਂ ਸਰਕਾਰਾਂ ਖਿਲਾਫ ਯਾਚਿਕਾ ਦਾਇਰ ਕੀਤੀ ਹੈ, ਤੇ ਕੀ ਲੱਗਦਾ ਹੈ ਸੁਪਰੀਮ ਕੋਰਟ ਦਾ ਕੀ ਫੈਸਲਾ ਹੋ ਸਕਦਾ ਹੈ? ਦੇਖੋ ਜੀ, ਜਿੱਥੇ ਤੱਕ ਤਾਂ ਸੁਪਰੀਮ ਕੋਰਟ ਦਾ ਸਵਾਲ ਹੈ, ਸੁਪਰੀਮ ਕੋਰਟ ਚੱਲਦਾ ਹੈ ਸਾਡੇ ਕੌਨਸਟੀਟਿਊਸ਼ਨ ਤੇ ਜਿਹੜੇ ਸਾਡੇ ਮੌਜੂਦਾ CGI ਨੇ ਚੰਦਰਚੂੜ ਜੀ, ਉਹ ਵੀ ਇਸ ਮੁੱਦੇ ਨੂੰ ਲੈ ਕੇ ਬੜੇ ਗੰਭੀਰ ਨੇ। ਉਹਨਾਂ ਦੇ ਵੀ ਆਏ ਦਿਨ ਬਿਆਨ ਆਉਂਦੇ ਰਹਿੰਦੇ ਨੇ, ਤੇ ਮੈਨੂੰ ਲੱਗਦਾ ਹੈ ਕਿ ਉਹਦੇ ਤੇ ਸਖਤ ਤੋਂ ਸਖਤ ਕਦਮ ਚੱਕਣਗੇ ਤੇ ਪੀੜਿਤ ਮਹਿਲਾਵਾਂ ਨੂੰ ਇਨਸਾਫ ਦਿਵਾਉਣਗੇ। ਤੇ ਤੁਸੀਂ ਦੇਖ ਰਹੇ ਹੋ ਕਿ ਇਸ ਮੁੱਦੇ ਨੂੰ ਬੋਲਣ ਦੇ ਵਿੱਚ ਵੀ ਕਾਫੀ ਦਿੱਕਤ ਆ ਰਹੀ ਹੈ ਸਾਨੂੰ, ਕਿ ਸੋਚ ਸਕਦੇ ਹੋ ਕਿ ਉਹਨਾਂ ਮਹਿਲਾਵਾਂ ਤੇ ਕੀ ਬੀਤੀ ਹੋਏਗੀ। ਤੇ ਇਸ ਮੁੱਦੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਕੀ ਵਿਚਾਰ ਨੇ? ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਸਿਟੀ ਹੋਮ ਨਿਊਜ਼।